ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਛੋਟੀਆਂ ਖਬਰਾਂ ਦੇ ਉੱਪਰ। ਕੈਨੇਡਾ ਨੂੰ ਮਿਲੀ ਦੂਜੀ ਵੈਕਸੀਨ। ਹੈਲਥ ਕੈਨੇਡਾ ਨੇ ਦਿੱਤੀ ਕੋਵਿਡ-19 ਦੀ ਦੂਜੀ ਵੈਕਸੀਨ ਨੂੰ ਮਨਜ਼ੂਰੀ। ਕੈਨੇਡਾ 'ਚ ਵੱਡੀ ਗਿਣਤੀ 'ਚ ਲੋਕਾਂ ਵੱਲੋਂ ਭੁੱਖ ਹੜਤਾਲ। ਕਿਸਾਨਾਂ ਦੇ ਲਈ ਕੈਨੇਡਾ ਅਮਰੀਕਾ ਦੇ ਵਿੱਚ ਰੈਲੀਆਂ। ਪ੍ਰਧਾਨ ਮੰਤਰੀ ਟਰੂਡੋ ਨੇ ਦਿੱਤੀ ਇੱਕ ਖੁਸ਼ਖਬਰੀ, ਕਿਹਾ ਨਹੀਂ ਹੁਣ ਘਬਰਾਉਣ ਦੀ ਲੋੜ। ਕੈਨੇਡਾ ਨੇ ਐਲਾਨਿਆ ਨਵਾਂ ਡਰਾਅ, 5000 ਨੂੰ ਮਿਲਿਆ ਸੱਦਾ। ਕੈਨੇਡਾ 'ਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ। ਸ਼ੁਰੂਆਤ ਕਰਦੇ ਹਾਂ ਅੱਜ ਦੀ ਸਭ ਤੋਂ ਵੱਡੀ ਖਬਰ ਦੇ ਨਾਲ। ਖੁਸ਼ਖਬਰੀ ਹੈ ਕੈਨੇਡਾ ਵਾਸੀਆਂ ਦੇ ਲਈ ਜੋ ਜੁੜੀ ਹੋਈ ਹੈ ਕਰੋਨਾ ਵਾਇਰਸ ਦੇ ਟੀਕੇ ਦੇ ਨਾਲ। ਹੈਲਥ ਕੈਨੇਡਾ ਨੇ ਹੁਣ ਮੋਡਰਨਾ ਦੇ ਵੈਕਸੀਨ ਨੂੰ ਜਾਣੀ ਕਿ ਕਰੋਨਾ ਵਾਇਰਸ ਦੀ ਜੋ ਦੂਜੀ ਵੈਕਸੀਨ ਹੈ ਉਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲ ਹੀ ਦੇ ਵਿੱਚ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਹੋ ਸਕਦਾ ਹੈ ਕਿ ਜਲਦ ਹੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਜਾਵੇ ਕਿਉਂਕਿ ਇਹ ਰਿਵਿਊ ਅਧੀਨ ਸੀ। ਸੋ ਹੁਣ ਇਸ ਨੂੰ ਆਖਿਰਕਾਰ ਹਰੀ ਝੰਡੀ ਦਿੱਤੀ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਦਸੰਬਰ ਖਤਮ ਹੋਣ ਤੋਂ ਪਹਿਲਾਂ ਇਸ ਦਾ ਜੋ ਪਹਿਲਾ ਬੈਚ ਹੈ ਉਹ ਕੈਨੇਡਾ ਵਾਸੀਆਂ ਨੂੰ ਮਿਲ ਜਾਵੇਗਾ। ਕੈਨੇਡਾ ਵਾਸੀਆਂ ਦੇ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਇਹ ਖਬਰ ਜੁੜੀ ਹੋਈ ਹੈ ਕੋਵਿਡ-19 ਵੈਕਸੀਨ ਦੇ ਨਾਲ। ਹੈਲਥ ਕੈਨੇਡਾ ਨੇ ਮੋਡਰਨਾ ਕੋਵਿਡ-19 ਟੀਕੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮਹੀਨਾ ਖਤਮ ਹੋਣ ਤੋਂ ਪਹਿਲਾਂ 1000 ਡੋਜ਼ਸ ਕੈਨੇਡਾ ਪਹੁੰਚ ਜਾਣਗੀਆਂ। ਫੈਡਰਲ ਸਰਕਾਰ ਨੇ ਹਾਲ ਹੀ ਦੇ ਵਿੱਚ ਐਲਾਨ ਕੀਤਾ ਸੀ ਕਿ ਮੋਡਰਨਾ ਟੀਕਾ ਰਿਵਿਊ ਅਧੀਨ ਹੈ। ਹੈਲਥ ਕੈਨੇਡਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੋਡਰਨਾ ਕੰਪਨੀ ਦਾ ਕਰੋਨਾ ਟੀਕਾ ਕਾਫੀ ਪ੍ਰਭਾਵਸ਼ਾਲੀ ਹੈ ਅਤੇ ਸੁਰੱਖਿਅਤ ਵੀ ਹੈ। ਦੱਸ ਦਈਏ ਕਿ ਇਹ ਦੂਸਰਾ ਵੈਕਸੀਨ ਹੈ ਜਿਸ ਨੂੰ ਕੈਨੇਡਾ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਫਾਈਜ਼ਰ ਟੀਕੇ ਨੂੰ ਅਪਰੂਵ ਕੀਤਾ ਗਿਆ ਸੀ, ਜਿਸ ਤੋਂ ਬਾਅਦ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਕੋਵਿਡ-19 ਦੇ ਟੀਕੇ ਦਾ ਪਹਿਲਾ ਬੈਚ ਪਹੁੰਚਿਆ ਤੇ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਦੱਸਿਆ ਸੀ ਕਿ ਦਸੰਬਰ ਖਤਮ ਹੋਣ ਤੋਂ ਪਹਿਲਾਂ ਕੈਨੇਡਾ ਵਾਸੀਆਂ ਨੂੰ 1,68,000 ਡੋਜ਼ਸ ਮਿਲ ਜਾਣਗੀਆਂ। ਜੋ ਇਸ ਵੈਕਸੀਨ ਦਾ ਫੇਜ਼ 3 ਦਾ ਟ੍ਰਾਇਲ ਕੀਤਾ ਗਿਆ ਉਸ ਦੇ ਵਿੱਚ 30,000 ਜਾਣੇ ਸ਼ਾਮਿਲ ਸਨ ਅਤੇ ਇਹ ਸਾਹਮਣੇ ਆਇਆ ਕਿ ਵੈਕਸੀਨ ਹਰ ਉਮਰ ਦੇ ਵਿਅਕਤੀਆਂ ਦੇ ਲਈ ਸੁਰੱਖਿਅਤ ਹੈ। ਇਸ ਦਾ ਕੋਈ ਵੀ ਮਾੜਾ ਪ੍ਰਭਾਵ ਨਿਕਲ ਕੇ ਸਾਹਮਣੇ ਨਹੀਂ ਆਇਆ ਤੇ ਆਖਿਰਕਾਰ ਕੈਨੇਡਾ ਵਾਸੀਆਂ ਨੂੰ ਇਸ ਦੇ ਨਾਲ ਹੀ ਹੁਣ ਕੋਵਿਡ-19 ਦਾ ਦੂਸਰਾ ਵੈਕਸੀਨ ਵੀ ਮਿਲ ਗਿਆ ਹੈ। Thank you for joining us for this technical briefing on the COVID-19 vaccine rollout in Canada. With me to deliver remarks and answer questions are Major General Danny Fortin, Vice President of Logistics and Operations at the Public Health Agency of Canada, and Dr. Tom Wong, Executive Director and Chief Medical Officer of Public Health at Indigenous Services Canada. To assist in answering your questions, we have with us from Health Canada, Dr. Supriya Sharma, Chief Medical Advisor, and Dr. Marc Berthiaume, Director of Medical Science. And on the line, we have from Public Services and Procurement Canada, Ariane Reza, the Assistant Deputy Minister of Procurement. Today, Health Canada announced the authorization of another vaccine from Moderna. We will share more details about the rollout of the Moderna vaccine today, as well as planning and logistical details. When we were last here on December 16th, news and images of the first Canadians receiving the Pfizer-BioNTech vaccine were just beginning to trickle in. Now, I can report that by the end of today, there will be more than 240,000 doses of the vaccine that will have been distributed across all provinces. We will continue to follow the evidence-based recommendations of the National Advisory Committee on Immunization on the need for early vaccination to priority groups, including frontline healthcare workers, residents and workers in long-term care facilities, as well as Indigenous peoples who are at risk of being disproportionately impacted by COVID-19. In addition to NACI's recommendations, allocation and delivery of both authorized vaccines will be informed by vaccine availability and suitability, the overarching principle of equitable allocation and logistical considerations. Having negotiated agreements with 7 vaccine manufacturers, Pfizer-BioNTech and Moderna among them, we are well positioned to provide access to COVID-19 vaccines to everyone living in Canada by September 2021. Our negotiations have also allowed Canada to secure advanced doses of the Pfizer-BioNTech and Moderna vaccines, enabling tens of thousands of Canadians to be vaccinated this month. The Public Health Agency of Canada is delivering a series of webinars to prepare healthcare providers for the rollout of the first COVID-19 vaccines. We want to ensure they have the answers to their patients' questions about the vaccines. As trusted sources of information, they are well positioned to reinforce that Canadians can trust safety and effectiveness of the vaccines
based on the rigorous Health Canada authorization process. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕੈਨੇਡੀਅਨਸ ਦੇ ਨਾਲ ਇੱਕ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ ਜੋ ਕਿ ਮਾਡਰਨਾ ਵੈਕਸੀਨ ਦੇ ਨਾਲ ਜੁੜੀ ਹੋਈ ਹੈ। ਆਪਣਾ ਰੋਲ ਆਊਟ ਪਲਾਨ ਇਸ ਦੌਰਾਨ ਉਹਨਾਂ ਵੱਲੋਂ ਸਾਂਝਾ ਕੀਤਾ ਗਿਆ। ਦੱਸਦੇ ਹਾਂ ਤੁਹਾਨੂੰ ਕਿ ਟਰੂਡੋ ਵੱਲੋਂ ਜਾਣੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹੋਰ ਕਿਹਨਾਂ ਗੱਲਾਂ ਦਾ ਪ੍ਰਗਟਾਵਾ ਕੀਤਾ ਗਿਆ। ਕੈਨੇਡਾ ਵੱਲੋਂ ਮਾਡਰਨਾ ਵੈਕਸੀਨ ਨੂੰ ਅਪਰੂਵ ਕੀਤਾ ਗਿਆ ਹੈ, ਜਾਣੀ ਕਿ ਹੈਲਥ ਕੈਨੇਡਾ ਵੱਲੋਂ ਇਸ ਨੂੰ ਹਰੀ ਝੰਡੀ ਦਿੱਤੀ ਗਈ ਹੈ। ਇਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਇਸ ਵੈਕਸੀਨ ਦੇ ਨਾਲ ਜੁੜੀ ਹੋਈ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਇਸ ਮੌਕੇ ਬੋਲਦਿਆਂ ਉਹਨਾਂ ਦੱਸਿਆ ਕਿ ਕੋਵਿਡ-19 ਮਾਡਰਨਾ ਦਾ ਵੈਕਸੀਨ ਸੇਫ ਜਾਣੀ ਕਿ ਸੁਰੱਖਿਅਤ ਪਾਇਆ ਗਿਆ ਹੈ ਤੇ ਜਲਦ ਹੀ ਕੈਨੇਡਾ ਵਾਸੀਆਂ ਨੂੰ ਇਸ ਦਾ ਪਹਿਲਾ ਬੈਚ ਮਿਲ ਜਾਵੇਗਾ। ਇਸ ਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਸੁਣਾਉਂਦੇ ਹਾਂ ਤੁਹਾਨੂੰ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹੋਰ ਕੀ ਗੱਲ ਕਹੀ ਗਈ। Hello, everyone. This morning, we got the news that Health Canada has completed their review of the Moderna vaccine and found it to be safe and effective. Canada has an internationally recognized process of independent review, and I know that our best experts have upheld this highest standard. Now that Health Canada has approved the Moderna vaccine, we have the green light to start rolling it out across the country. The first doses of our guaranteed 40 million dose order from Moderna will arrive in the coming days. On the Pfizer vaccine, today I also have some more good news to share. I can announce that we will be receiving an additional 250,000 doses from Pfizer next month. That takes us up to a total of almost 751,000 Pfizer vaccine doses for January. Between the early doses we've already received and the shipments now scheduled, we're on track to have at least 1.2 million doses from both Pfizer and Moderna delivered by January 31st. Our government's top priority is keeping Canadians safe. As cases keep rising, we will continue to be there for communities that need additional targeted support. We've now extended the Canadian Red Cross deployment for long-term care homes in Quebec. Just last week, our government also committed to additional civilian support for Red Sucker Lake in Manitoba and a Canadian Armed Forces deployment to Attawapiskat First Nation in Ontario to support elders and vulnerable community members. This is in addition to the requests we approved for the Red Cross in long-term care homes in Ontario and for isolation sites in Windsor, Essex. The Red Cross has done outstanding work over the last year to keep people safe. As we deal with this second wave, we need their expertise more than ever. That's why today I can announce that we are investing an additional $70 million to support their work. ਇੱਕ ਪਾਸੇ ਅਮਰੀਕਾ ਦੇ ਵਿੱਚ ਇਸ ਸਮੇਂ ਸਭ ਤੋਂ ਜ਼ਿਆਦਾ ਕੋਵਿਡ-19 ਦਾ ਪ੍ਰਭਾਵ ਹੈ। ਉਧਰ ਇੱਕ ਹੋਰ ਖਬਰ ਸਾਹਮਣੇ ਆਈ ਹੈ ਜੋ ਕਿ ਅਮਰੀਕਾ ਦੇ ਟੈਕਸਸ ਤੋਂ ਆਈ ਹੈ। ਕੋਸਟਲ ਏਰੀਆਜ਼ ਦੇ ਵਿੱਚ ਇੱਕ ਅਜਿਹਾ ਅਮੀਬਾ ਪਾਇਆ ਗਿਆ ਹੈ ਜੋ ਦਿਮਾਗ ਨੂੰ ਖਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਨੁੱਖਾਂ ਦੇ ਵਾਸਤੇ ਕਾਫੀ ਜ਼ਿਆਦਾ ਖਤਰਨਾਕ ਜਾਣੀ ਕਿ ਡੇਂਜਰਸ ਹੈ। ਇਸ ਦੇ ਬਾਰੇ ਹੋਰ ਖਾਸ ਗੱਲਾਂ ਕੀ ਨੇ, ਇਸ ਬਾਰੇ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ, ਦੱਸਾਂਗੇ ਤੁਹਾਨੂੰ ਇਸ ਖਬਰ ਦੇ ਵਿੱਚ। ਇੱਕ ਖਬਰ ਅਮਰੀਕਾ ਤੋਂ ਸਾਹਮਣੇ ਆਈ ਜਿੱਥੇ ਦਿਮਾਗ ਖਾਣ ਵਾਲਾ ਅਮੀਬਾ ਮਿਲਿਆ ਹੈ ਜੋ ਇਨਸਾਨਾਂ ਦੇ ਲਈ ਖਤਰਨਾਕ ਹੋ ਸਕਦਾ ਹੈ। ਅਮਰੀਕਾ ਦੇ ਟੈਕਸਸ ਦੇ ਕੋਸਟਲ ਏਰੀਆ ਦੇ ਵਿੱਚ ਸਰਕਾਰੀ ਜਲ ਸਪਲਾਈ ਪ੍ਰਣਾਲੀ ਦੇ ਵਿੱਚ ਅਜਿਹਾ ਅਮੀਬਾ ਮਿਲਿਆ ਜੋ ਦਿਮਾਗ ਦੇ ਵਿੱਚ ਜਾ ਕੇ ਉਸ ਨੂੰ ਖਾਂਦਾ ਹੈ। ਇਸ ਦੇ ਚੱਲਦਿਆਂ 6 ਸਾਲ ਦੇ ਇੱਕ ਬੱਚੇ ਦੀ ਮੌਤ ਵੀ ਹੋਈ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਤੇ ਹੁਣ ਅਮੀਬਾ ਦੀ ਇਸ ਨਵੀਂ ਸਪੀਸੀਜ਼ ਦੀ ਖੋਜ ਕੀਤੀ ਜਾ ਰਹੀ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਟੈਕਸਸ ਦੇ ਗਵਰਨਰ ਗ੍ਰੈਗ ਅਬਾਟ ਨੇ ਪੱਤਰ ਜਾਰੀ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਜੈਕਸਨ ਝੀਲ ਤੋਂ ਸਪਲਾਈ ਹੋਣ ਵਾਲੇ ਪਾਣੀ ਦੇ ਵਿੱਚ ਅਮੀਬਾ ਪਾਇਆ ਗਿਆ ਹੈ। ਇਹ ਵੱਡੀ ਤੇਜ਼ੀ ਦੇ ਨਾਲ ਆਪਣਾ ਰੂਪ ਤਿਆਰ ਕਰਦਾ ਹੈ। ਇਸ ਦੇ ਲਈ ਇਹ ਮਨੁੱਖੀ ਜਾਤੀ ਦੇ ਲਈ ਭਿਆਨਕ ਜਾਣੀ ਕਿ ਡੇਂਜਰਸ ਹੋ ਸਕਦਾ ਹੈ। ਇਹ ਨੱਕ ਦੇ ਰਾਹੀਂ ਦਿਮਾਗ ਤੱਕ ਪਹੁੰਚ ਸਕਦਾ ਹੈ ਤੇ ਉੱਥੇ ਜਾ ਕੇ ਫੈਲ ਸਕਦਾ ਹੈ। ਅਮਰੀਕਾ ਦੇ ਰਿਸਰਚਰਸ ਦੇ ਮੁਤਾਬਕ ਇਹ ਦਿਮਾਗ ਨੂੰ ਤੇਜ਼ੀ ਦੇ ਨਾਲ ਖਾ ਜਾਂਦਾ ਹੈ। ਇਸ ਅਮੀਬਾ ਦਾ ਨਾਂ ਨੇਗਲਰੀਆ ਫੁਲੇਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜਲਵਾਯੂ ਬਦਲਾਵ ਦੇ ਕਾਰਨ ਇਹ ਅਮੀਬਾ ਦੱਖਣੀ ਹਿੱਸਿਆਂ ਤੋਂ ਪੂਰਬੀ ਹਿੱਸਿਆਂ ਵੱਲ ਵਧ ਰਿਹਾ ਹੈ। ਬ੍ਰਿਟੇਨ ਦੇ ਵਿੱਚ ਕੋਵਿਡ-19 ਦਾ ਨਵਾਂ ਸਟ੍ਰੇਨ ਮਿਲਿਆ ਤਾਂ ਇਸ ਦੇ ਨਾਲ ਬਾਕੀ ਸਾਰੇ ਦੇਸ਼ ਚੌਕੰਨੇ ਹੋ ਗਏ।
ਟੈਂਪਰੇਰੀ ਆਧਾਰ ਦੇ ਉੱਪਰ ਬ੍ਰਿਟੇਨ ਦੇ ਨਾਲ ਬਾਕੀ ਦੇਸ਼ਾਂ ਵੱਲੋਂ ਫਲਾਈਟਸ ਨੂੰ ਰੱਦ ਕਰ ਦਿੱਤਾ ਗਿਆ ਤਾਂ ਕਿ ਇਹ ਜਿਹੜਾ ਸਟ੍ਰੇਨ ਹੈ ਉਸ ਦੇ ਫੈਲਾਅ ਦੇ ਉੱਪਰ ਰੋਕ ਲਗਾਇਆ ਜਾਵੇ। ਸੋ ਇਸ ਦੇ ਨਾਲ ਹੀ ਜੋ ਚੋਟੀ ਦੇ ਡਾਕਟਰ ਨੇ, ਮਾਹਿਰ ਨੇ, ਡਾਕਟਰ ਐਂਥਨੀ ਫਾਊਚੀ, ਉਹਨਾਂ ਵੱਲੋਂ ਇੱਕ ਖਦਸ਼ਾ ਪ੍ਰਗਟ ਕੀਤਾ ਗਿਆ। ਉਹਨਾਂ ਕਿਹਾ ਹੈ ਕਿ ਹੋ ਸਕਦਾ ਹੈ ਕਿ ਕੋਵਿਡ-19 ਦਾ ਜਿਹੜਾ ਨਵਾਂ ਸਟ੍ਰੇਨ ਹੈ ਉਹ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਵੀ ਮੌਜੂਦ ਹੋਵੇ। ਉਹਨਾਂ ਵੱਲੋਂ ਇਹ ਗੱਲ ਹੋਰ ਕੀ ਨਾਲ ਕਹੀ ਗਈ ਹੈ, ਦੱਸਾਂਗੇ ਤੁਹਾਨੂੰ ਇਸ ਖਬਰ ਦੇ ਵਿੱਚ। ਡਾਕਟਰ ਐਂਥਨੀ ਫਾਊਚੀ ਨੇ ਸ਼ੰਕਾ ਜਤਾਈ ਹੈ ਕਿ ਕੈਨੇਡਾ ਦੇ ਵਿੱਚ ਨਵੇਂ ਸਟ੍ਰੇਨ ਦੇ ਮਾਮਲੇ ਹੋ ਸਕਦੇ ਹਨ। ਯੂਕੇ ਦੇ ਵਿੱਚ ਕਰੋਨਾ ਵਾਇਰਸ ਦਾ ਨਵਾਂ ਰੂਪ ਮਿਲਿਆ ਤੇ ਹੁਣ ਇਸ ਦੇ ਕੇਸ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਹੋ ਸਕਦੇ ਹਨ। ਇਹ ਗੱਲ ਫਾਊਚੀ ਵੱਲੋਂ ਕਹੀ ਗਈ ਹੈ। ਉਹਨਾਂ ਕਿਹਾ ਕਿ ਇਹ ਹਾਲੇ ਸਪਸ਼ਟ ਨਹੀਂ ਹੋਇਆ, ਪਰ ਅਜਿਹਾ ਜੇਕਰ ਹੁੰਦਾ ਹੈ, ਜੇਕਰ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਹ ਸਰਪ੍ਰਾਈਜ਼ ਜਾਣੀ ਕਿ ਹੈਰਾਨ ਨਹੀਂ ਹੋਣਗੇ। ਦੱਸਦੀਏ ਕਿ ਜੋ ਕੋਵਿਡ-19 ਦਾ ਨਵਾਂ ਸਟ੍ਰੇਨ ਬ੍ਰਿਟੇਨ ਦੇ ਵਿੱਚ ਮਿਲਿਆ ਹੈ ਉਹ 70% ਜ਼ਿਆਦਾ ਤੇਜ਼ੀ ਦੇ ਨਾਲ ਫੈਲਦਾ ਹੈ। ਇਸ ਦੇ ਨਾਲ ਹੀ ਬਾਇਓਟੈਕ ਵੀ ਹੁਣ ਇਸ ਨਵੇਂ ਵਾਇਰਸ ਦੇ ਰੂਪ ਦੇ ਖਿਲਾਫ ਆਪਣੀ ਵੈਕਸੀਨ ਨੂੰ ਟੈਸਟ ਕਰ ਰਹੀ ਹੈ ਤਾਂ ਕਿ ਇਸ ਦੇ ਉੱਪਰ ਵੀ ਜਲਦ ਤੋਂ ਜਲਦ ਰੋਕ ਲਗਾਈ ਜਾ ਸਕੇ। ਕੈਨੇਡਾ ਵੱਲੋਂ ਪਹਿਲਾਂ ਹੀ ਇਸ ਦੇ ਲਈ ਕਦਮ ਚੁੱਕਿਆ ਜਾ ਚੁੱਕਿਆ ਹੈ। ਜਦੋਂ ਹੀ ਖਬਰ ਸਾਹਮਣੇ ਆਈ ਕਿ ਬ੍ਰਿਟੇਨ ਦੇ ਵਿੱਚ ਕੋਵਿਡ-19 ਦਾ ਨਵਾਂ ਸਟ੍ਰੇਨ ਮਿਲਿਆ ਹੈ, ਉਸ ਤੋਂ ਬਾਅਦ ਕੈਨੇਡਾ ਨੇ ਬ੍ਰਿਟੇਨ ਦੇ ਨਾਲ ਸਾਰੀਆਂ ਫਲਾਈਟਸ ਨੂੰ 72 ਘੰਟਿਆਂ ਦੇ ਲਈ ਰੱਦ ਕਰ ਦਿੱਤਾ। There's a reasonably good chance that it already is because it is so dominant in a certain section, the southeast section of England, of the UK, that I would not be surprised that if it already is at low levels in other countries that have not yet detected it, including Canada, including the United States. Can't say for sure, but I would not be surprised if as surveillance picked it up, someone came out and said, you know, we do have it in a certain part of a country, whether it's in Canada or the United States. Can't tell for sure, but I wouldn't be surprised. ਅਮਰੀਕਾ ਦੇ ਵਿੱਚ ਕੋਵਿਡ-19 ਦਾ ਪ੍ਰਭਾਵ ਹੈ। ਕੈਲੀਫੋਰਨੀਆ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਵੀ ਕਾਫੀ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਨੇ। ਨਾਲ ਹੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਜੋ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਇਹ ਸ਼ੰਕਾ ਪ੍ਰਗਟ ਕੀਤੀ ਗਈ ਹੈ, ਕਿਹਾ ਜਾ ਰਿਹਾ ਹੈ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਦੇ ਰਹਿੰਦੇ ਨੇ ਤਾਂ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ, 1-2 ਮਹੀਨਿਆਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਕਾਫੀ ਜ਼ਿਆਦਾ ਹਸਪਤਾਲਾਂ ਦੇ ਵਿੱਚ ਹੋ ਸਕਦੀ ਹੈ। ਇਸੇ ਦੇ ਚੱਲਦਿਆਂ ਜੋ ਖੁੱਲ੍ਹੇ ਦੇ ਵਿੱਚ ਹਸਪਤਾਲ ਬਣਾਏ ਜਾਣਗੇ, ਜਿਸ ਦੇ ਵਿੱਚ ਜੋ ਜਿਮਨੇਜ਼ੀਅਮ ਨੇ, ਇਸ ਤੋਂ ਬਾਅਦ ਜੋ ਸਟੇਡੀਅਮ ਨੇ, ਉਹਨਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿੱਥੇ ਹਸਪਤਾਲ ਦੇ ਬੈੱਡ ਲਗਾਏ ਜਾ ਸਕਦੇ ਨੇ ਤਾਂ ਕਿ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਮਦਦ ਜਿਹੜੀ ਹੈ, ਸਹਾਇਤਾ ਜਾਣੀ ਉਹਨਾਂ ਦਾ ਇਲਾਜ ਕੀਤਾ ਜਾ ਸਕੇ। ਅਮਰੀਕਾ ਦੇ ਵਿੱਚ ਕਰੋਨਾ ਦਾ ਜੋ ਕਹਿਰ ਹੈ ਉਹ ਕਿਸੇ ਕੋਲੋਂ ਵੀ ਲੁਕਿਆ ਨਹੀਂ। ਇੱਥੇ ਅਜੇ ਵੀ ਜ਼ਿਆਦਾ ਕੇਸ ਰੋਜ਼ਾਨਾ ਸਾਹਮਣੇ ਆ ਰਹੇ ਹਨ ਜੋ ਹੁਣ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ ਤੇ ਇਸ ਦੇ ਨਾਲ ਹੀ ਇੱਕ ਹੋਰ ਚਿੰਤਾ ਵੱਧ ਗਈ ਹੈ। ਇਹ ਚਿੰਤਾ ਇਸ ਗੱਲ ਦੀ ਹੈ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਰਹਿੰਦੇ ਨੇ ਤਾਂ ਅਗਲੇ ਮਹੀਨੇ ਤੱਕ ਕੈਲੀਫੋਰਨੀਆ ਹਸਪਤਾਲਾਂ ਦੇ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਸਕਦਾ ਹੈ। ਇਹ ਚਿੰਤਾ ਦਾ ਪ੍ਰਗਟਾਵਾ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਅਤੇ ਸਿਹਤ ਅਧਿਕਾਰੀਆਂ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਚ ਪਿਛਲੇ 2 ਹਫ਼ਤਿਆਂ ਦੌਰਾਨ ਲਗਭਗ 5 ਲੱਖ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਜਿਸ ਦੇ ਨਾਲ ਹਸਪਤਾਲਾਂ ਦੇ ਵਿੱਚ ਵੀ 1 ਲੱਖ ਮਾਮਲਿਆਂ ਦਾ ਵਾਧਾ ਹੋ ਸਕਦਾ ਹੈ। ਵਾਇਰਸ ਦੇ ਵੱਧ ਰਹੇ ਕੇਸਿਸ ਨੂੰ ਦੇਖਦਿਆਂ ਕੈਲੀਫੋਰਨੀਆ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਸੈਕਟਰੀ ਡਾਕਟਰ ਮਾਰਕ ਕਾਲੀ ਨੇ ਕਿਹਾ ਹੈ ਕਿ ਸੂਬੇ ਦੇ ਸਾਰੇ ਖੇਤਰਾਂ ਦੇ ਵਿੱਚ ਇਸ ਮਹੀਨੇ ਦੇ ਆਖਿਰ ਤੱਕ, ਜਨਵਰੀ ਦੇ ਸ਼ੁਰੂ ਤੱਕ ਹਸਪਤਾਲਾਂ ਦੇ ਵਿੱਚ ਕਮਰੇ ਖਤਮ ਹੋਣ ਦਾ ਡਰ ਹੈ। ਇਸ ਸਾਹਮਣੇ ਆ ਰਹੀ ਸਮੱਸਿਆ ਨੂੰ ਦੇਖਦੇ ਹੋਏ ਸਟਾਫ ਨੂੰ ਵਧਾਉਣ ਦੀ ਜ਼ਰੂਰਤ ਹੈ। ਜਿਮਨੇਜ਼ੀਅਮ, ਟੈਂਟ ਅਤੇ ਖਾਲੀ NBA ਸਟੇਡੀਅਮ ਵਰਗੀਆਂ ਥਾਵਾਂ ਨੂੰ ਟੈਂਪਰੇਰੀ ਹਸਪਤਾਲ ਵਿੱਚ ਬਦਲਿਆ ਜਾ ਸਕਦਾ ਹੈ। ਦੱਸ ਦੇਈਏ ਕਿ ਕੈਲੀਫੋਰਨੀਆ ਦੇ ਵਿੱਚ ਇੱਕ ਦਿਨ 'ਚ ਲਗਭਗ 44,000 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਦਕਿ ਪਿਛਲੇ 2 ਹਫ਼ਤਿਆਂ ਦੇ ਵਿੱਚ 5,25,000 ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਗਿਣਤੀ ਦੇ ਨਾਲ ਪਿਛਲੇ 14 ਦਿਨਾਂ ਦੌਰਾਨ ਲਗਭਗ 63,000 ਮਰੀਜ਼ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ। ਅਮਰੀਕਨਸ ਦੇ ਲਈ ਕੋਵਿਡ-19 ਦੇ ਚੱਲਦਿਆਂ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ। ਇੱਕ ਹੋਰ ਵੱਡਾ ਐਲਾਨ ਜੋ ਬਾਈਡਨ ਵੱਲੋਂ ਕਰ ਦਿੱਤਾ ਗਿਆ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਜੋ ਉਹਨਾਂ ਵੱਲੋਂ ਇੱਕ ਹੋਰ ਰਾਹਤ ਪੈਕੇਜ ਕਰੋਨਾ ਵਾਇਰਸ ਦੇ ਕਾਰਨ ਜੋ ਪ੍ਰਭਾਵਿਤ ਹੋਏ ਨੇ ਉਹਨਾਂ ਵਾਸਤੇ ਲਿਆਂਦਾ ਜਾਵੇਗਾ। ਉਹਨਾਂ ਕਿਹਾ ਜੇਕਰ ਹਾਲਾਤ ਹੁਣ ਨਾਲੋਂ ਸੁਧਰ ਵੀ ਜਾਂਦੇ ਨੇ ਤਦ ਵੀ ਉਹ ਇਹ ਪੈਕੇਜ ਜ਼ਰੂਰ ਲੈ ਕੇ ਆਉਣਗੇ। ਇਸ ਦੇ ਨਾਲ ਲੋਕਾਂ ਨੂੰ ਹੈਲਪ ਜਾਣੀ ਕਿ ਇਸ ਦੇ ਨਾਲ ਉਹਨਾਂ ਨੂੰ ਮਦਦ ਮਿਲੇਗੀ। ਸੋ ਇਹ ਪੈਕੇਜ ਕਿਸ ਤਰ੍ਹਾਂ ਦਾ ਹੈ, ਇਸ ਬਾਰੇ ਹੋਰ ਕੀ ਖਾਸ ਗੱਲਾਂ ਨੇ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ। ਜੋ ਬਾਈਡਨ ਨੇ ਅਮਰੀਕਨਸ ਦੇ ਲਈ ਇੱਕ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਉਹ ਇੱਕ ਹੋਰ ਪੈਕੇਜ ਅਮਰੀਕਾ ਵਾਸੀਆਂ ਦੇ ਲਈ ਲਿਆਉਣਗੇ।
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਵਾਸਤੇ ਅਗਲੇ ਸਾਲ ਇੱਕ ਹੋਰ ਰਾਹਤ ਪੈਕੇਜ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਸ ਹਫ਼ਤੇ ਆਪਣਾ ਕੰਮ ਕੀਤਾ ਹੈ ਤੇ ਅਗਲੇ ਸਾਲ ਇੱਕ ਹੋਰ ਪੈਕੇਜ ਜਾਰੀ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਹਾਲ ਹੀ ਦੇ ਵਿੱਚ $900 ਬਿਲੀਅਨ ਦਾ ਰਾਹਤ ਪੈਕੇਜ ਜਾਰੀ ਕੀਤਾ ਗਿਆ। ਬਾਈਡਨ ਨੇ ਕਿਹਾ ਕਿ ਜੇਕਰ ਸਥਿਤੀ ਠੀਕ ਹੋ ਗਈ ਤਾਂ ਇਸ ਦੇ ਬਾਵਜੂਦ ਮੈਂ ਜਨਵਰੀ ਦੇ ਅੰਤ ਤੱਕ ਰਾਹਤ ਪੈਕੇਜ ਲਿਆਉਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਕੋਰੋਨਾ ਕਾਰਨ ਅਜੇ ਵੀ ਲੋਕ ਬਿਮਾਰ ਹੋ ਰਹੇ ਹਨ, ਇਸ ਵਾਇਰਸ ਦੀ ਲਪੇਟ ਵਿੱਚ ਆ ਰਹੇ ਹਨ ਤੇ ਇਸ ਵਾਸਤੇ ਉਨ੍ਹਾਂ ਕਿਹਾ ਕਿ ਅਗਲੇ ਸਾਲ ਰਾਹਤ ਪੈਕੇਜ ਲੈ ਕੇ ਆਂਦਾ ਜਾਵੇਗਾ ਜਿਸ ਦੇ ਵਿੱਚ ਜ਼ਰੂਰਤਮੰਦ ਅਮਰੀਕਨਸ ਦੇ ਲਈ ਚੈੱਕ ਹੋਣਗੇ। ਜਿਨ੍ਹਾਂ ਨੂੰ ਪ੍ਰਤੀ ਵਿਅਕਤੀ $1200 ਮਿਲੇ ਸਨ, ਉਨ੍ਹਾਂ ਨੂੰ ਨਵੀਂ ਪਹਿਲ ਦੇ ਨਾਲ $600 ਮਿਲਣਗੇ। ਜਾਣਕਾਰੀ ਮੁਤਾਬਕ ਕੋਰੋਨਾ ਕਾਰਨ ਮਾਰਚ ਤੋਂ ਅਪ੍ਰੈਲ ਦੇ ਵਿਚਕਾਰ ਲੱਗੇ ਲਾਕਡਾਊਨ ਦੇ ਚੱਲਦਿਆਂ 25 ਲੱਖ ਅਮਰੀਕਨਸ ਨੇ ਆਪਣੀ ਨੌਕਰੀ ਗਵਾਈ ਹੈ। My ask will be laid out there in detail, but it relates to four things. Number one, making sure we have all the money we need to get the vaccine to 300 million Americans at a minimum over the next year, the next calendar year. Number one. Number two, making sure that all those people who are unemployed through no fault of their own because of the COVID crisis, and small businesses and big businesses, et cetera, are shutting down, that they continue to be able to live day to day. They don't engage in food shortages. They're not in a position where they get thrown out of their homes. I would also be asking for a moratorium on being evicted from your homes for failure to pay rent. Moratoriums on relating to the issue of whether or not your mortgage are being paid. Thirdly, I think it's critically important we provide all of the PPE as well as the direct payments to small businesses and others to be able to stay open, to be able to keep their people employed. That is something that's going to increase as time moves. And lastly, we're going to need to make sure that we're in a position that we can provide for the opportunity for people to begin to go back to work and get new jobs, developing infrastructure. ਟੋਰਾਂਟੋ ਦੇ ਡਰਾਈਵਰਸ ਜਾਂ ਉੱਥੇ ਡਰਾਈਵ ਕਰਨ ਵਾਲੇ ਖਾਸਕਰ ਟਰੱਕ ਡਰਾਈਵਰ ਇਸ ਗੱਲ ਦਾ ਧਿਆਨ ਦੇਣ ਕਿ ਇਹ ਵਾਤਾਵਰਣ ਕੈਨੇਡਾ ਵੱਲੋਂ ਗੱਲ ਕਹੀ ਗਈ ਹੈ ਕਿ ਕ੍ਰਿਸਮਸ ਮੌਕੇ ਦੇ ਉੱਪਰ ਕਾਫੀ ਜ਼ਿਆਦਾ ਇੱਥੇ ਮੀਂਹ ਪੈ ਸਕਦਾ ਹੈ। ਉਹਨਾਂ ਕਿਹਾ ਹੈ ਕਿ ਅਜਿਹੇ 'ਚ ਜ਼ਿਆਦਾ ਸਾਵਧਾਨੀ ਵਰਤੀ ਜਾਵੇ, ਆਪਣੇ ਘਰਾਂ ਤੋਂ ਉਦੋਂ ਹੀ ਬਾਹਰ ਨਿਕਲਿਆ ਜਾਵੇ ਜਦੋਂ ਬਹੁਤ ਜ਼ਿਆਦਾ ਜ਼ਰੂਰੀ ਹੋਵੇ ਕਿਉਂਕਿ ਜਿਸ ਤਰ੍ਹਾਂ ਦਾ ਮੌਸਮ ਰਹਿਣ ਵਾਲਾ ਹੈ ਉਸ ਦੇ ਨਾਲ ਕਈ ਤਰ੍ਹਾਂ ਦੇ ਰਾਸਤੇ ਬੰਦ ਪੈ ਸਕਦੇ ਨੇ। ਉਸ ਤੋਂ ਬਾਅਦ ਜੇਕਰ ਤੁਸੀਂ ਰੋਡ ਦੇ ਉੱਪਰ ਹੁੰਦੇ ਹੋ ਤਾਂ ਕਾਫੀ ਜ਼ਿਆਦਾ ਉੱਥੇ ਤਿਲਕਣ ਹੁੰਦੀ ਹੈ, ਹਾਦਸੇ ਵਾਪਰਨ ਦਾ ਵੀ ਕਾਫੀ ਜ਼ਿਆਦਾ ਉੱਥੇ ਖਤਰਾ ਵੱਧ ਜਾਂਦਾ ਹੈ। ਦੱਸ ਦਈਏ ਕਿ ਪਹਿਲਾਂ ਹੀ ਟੋਰਾਂਟੋ ਦੇ ਵਿੱਚ ਸਖਤੀਆਂ ਕੀਤੀਆਂ ਗਈਆਂ ਜਿੱਥੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਬੇਫਾਲਤੂ ਦਾ ਜਾਂ ਫਿਰ ਬਿਨਾਂ ਕੰਮ ਦੇ ਘਰੋਂ ਬਾਹਰ ਨਾ ਨਿਕਲਿਆ ਜਾਵੇ ਤੇ ਹੁਣ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਵਾਤਾਵਰਣ ਕੈਨੇਡਾ ਵੱਲੋਂ ਕਿ ਟੋਰਾਂਟੋ ਦੇ ਵਿੱਚ ਕ੍ਰਿਸਮਸ ਮੌਕੇ ਦੇ ਉੱਪਰ ਮੀਂਹ ਪੈਣ ਵਾਲਾ ਹੈ। ਡਰਾਈਵਰਾਂ ਨੂੰ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਟੋਰਾਂਟੋ ਦੇ ਵਿੱਚ ਕ੍ਰਿਸਮਸ ਦੇ ਮੌਕੇ ਮੀਂਹ ਪੈ ਸਕਦਾ ਹੈ। ਕ੍ਰਿਸਮਸ ਮੌਕੇ ਟੋਰਾਂਟੋ ਦੇ ਵਿੱਚ ਮੀਂਹ ਪੈ ਸਕਦਾ ਹੈ, ਇਹ ਜਾਣਕਾਰੀ ਦਿੱਤੀ ਹੈ ਵਾਤਾਵਰਣ ਕੈਨੇਡਾ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਕ੍ਰਿਸਮਸ ਮੌਕੇ ਟੋਰਾਂਟੋ ਦੇ ਵਿੱਚ ਭਾਰੀ ਬਰਸਾਤ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਵੀਰਵਾਰ ਨੂੰ ਇਹ ਭਾਰੀ ਮੀਂਹ ਪਵੇਗਾ। 15 ਤੋਂ 25 ਮਿਲੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਵੀਰਵਾਰ ਰਾਤ ਨੂੰ ਮੀਂਹ ਦੇ ਨਾਲ ਬਰਫ਼ ਪੈਣ ਕਾਰਨ ਠੰਡ ਹੋਰ ਵੱਧ ਜਾਣ ਦੇ ਆਸਾਰ ਹਨ। ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਬਰਫ਼ਬਾਰੀ ਹੋਵੇ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਘਰੋਂ ਕੰਮ ਕਰਨ ਦੇ ਲਈ ਨਿਕਲਣ ਅਤੇ ਫਿਰ ਕਾਹਲੀ ਨਾ ਕਰਨ, ਜਾਣੀ ਕਿ ਜਲਦਬਾਜ਼ੀ ਨਾ ਕਰਨ ਕਿਉਂਕਿ ਹੋ ਸਕਦਾ ਹੈ ਕਿ ਇਸ ਮੌਸਮ ਕਾਰਨ ਕਈ ਰਾਹ ਬੰਦ ਹੋ ਜਾਣ। ਇਸ ਦੇ ਨਾਲ ਹੀ ਡਰਾਈਵਰਸ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਧਿਆਨ ਦੇ ਨਾਲ ਡਰਾਈਵਿੰਗ ਕਰਨ ਕਿਉਂਕਿ ਸੜਕਾਂ ਦੇ ਉੱਪਰ ਤਿਲਕਣ ਹੋਣ ਕਾਰਨ ਐਕਸੀਡੈਂਟਸ ਜਾਣੀ ਕਿ ਦੁਰਘਟਨਾਵਾਂ ਵਾਪਰਨ ਦਾ ਖਤਰਾ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਟੋਰਾਂਟੋ ਦੇ ਵਿੱਚ ਪਹਿਲਾਂ ਹੀ ਲਾਕਡਾਊਨ ਲਗਾਇਆ ਗਿਆ ਹੈ ਜਿੱਥੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ। ਲੋਕਾਂ ਨੂੰ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਕੈਨੇਡਾ ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ। ਇਸ ਦੇ ਤਹਿਤ 5000 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ। ਨਾਲ ਹੀ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਇਸ ਵਾਰ ਦਾ ਜੋ ਨਵਾਂ ਡਰਾਅ ਐਲਾਨਿਆ ਗਿਆ ਉਸ ਦੇ ਨਾਲ ਹੀ CRS ਅੰਕ 468 ਦੇ ਉੱਪਰ ਆ ਗਏ ਨੇ, ਜਾਣੀ ਕਿ ਇਸ ਦੇ ਵਿੱਚ ਪਹਿਲਾਂ ਇੱਕ ਅੰਕ ਦੀ ਗਿਰਾਵਟ ਆਈ ਸੀ, ਉਸ ਤੋਂ ਬਾਅਦ ਇੱਕ ਅੰਕ ਹੋਰ ਇਸ ਨੂੰ ਘਟਾਇਆ ਗਿਆ ਹੈ। ਐਕਸਪ੍ਰੈਸ ਐਂਟਰੀ ਦਾ CRS ਪੁਆਇੰਟ ਇੱਕ ਹੋਰ ਅੰਕ ਹੇਠਾਂ ਆਇਆ ਹੈ। ਦਸੰਬਰ 23 ਨੂੰ ਨਵਾਂ ਡਰਾਅ ਕੱਢਿਆ ਗਿਆ ਜਿਸ ਦੇ ਤਹਿਤ 5000 ਨੂੰ ਸੱਦਾ ਦਿੱਤਾ ਗਿਆ। ਇਹ ਇਨਵੀਟੇਸ਼ਨ 468 ਕੰਪਰੀਹੈਂਸਿਵ ਰੈਂਕਿੰਗ ਸਕੋਰ ਵਾਲਿਆਂ ਨੂੰ ਦਿੱਤੇ ਗਏ। ਪਿਛਲੇ ਡਰਾਅ ਦਾ ਦਸੰਬਰ 9 ਨੂੰ ਐਲਾਨ ਕੀਤਾ ਗਿਆ ਸੀ। ਹੁਣ ਤੱਕ ਐਕਸਪ੍ਰੈਸ ਐਂਟਰੀ ਡਰਾਅ ਦੇ ਤਹਿਤ 1,07,350 ਨੂੰ ਸੱਦਾ ਦਿੱਤਾ ਜਾ ਚੁੱਕਿਆ ਹੈ।
ਐਕਸਪ੍ਰੈਸ ਐਂਟਰੀ 3 ਫੈਡਰਲ ਇਕਨੋਮਿਕ ਕਲਾਸਿਸ ਪ੍ਰੋਗਰਾਮ ਦੇ ਲਈ ਕੈਨੇਡਾ ਦਾ ਇਮੀਗ੍ਰੇਸ਼ਨ ਮੈਨੇਜਮੈਂਟ ਸਿਸਟਮ ਹੈ। ਇਹ 3 ਇਕਨੋਮਿਕ ਕਲਾਸ ਪ੍ਰੋਗਰਾਮ ਹਨ: ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ। ਉਮੀਦਵਾਰਾਂ ਦੀ ਉਮਰ, ਪੜ੍ਹਾਈ, ਕੰਮ ਦੇ ਤਜਰਬੇ ਅਤੇ ਭਾਸ਼ਾ ਦੇ ਆਧਾਰ ਦੇ ਉੱਪਰ ਉਹਨਾਂ ਨੂੰ CRS ਸਕੋਰ ਦਿੱਤੇ ਜਾਂਦੇ ਹਨ। ਜੇਕਰ ਕੈਂਡੀਡੇਟਸ ਦੇ ਵਿੱਚ ਟਾਈ ਹੋ ਜਾਵੇ ਤਾਂ ਇਸ ਵਾਸਤੇ ਟਾਈ ਬ੍ਰੇਕਿੰਗ ਰੂਲ ਵੀ ਹੈ। ਜਿਨ੍ਹਾਂ ਉਮੀਦਵਾਰਾਂ ਨੂੰ ਇਸ ਨਵੇਂ ਡਰਾਅ ਦੇ ਤਹਿਤ ਸੱਦਾ ਦਿੱਤਾ ਗਿਆ ਹੈ, ਉਹਨਾਂ ਨੂੰ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜੂਨ 4, 2020 ਤੋਂ ਪਹਿਲਾਂ ਜਮ੍ਹਾਂ ਕਰਵਾਉਣੀ ਪਵੇਗੀ। ਤੋਂ ਹੁਣ ਇਸ ਨਵੇਂ ਐਕਸਪ੍ਰੈਸ ਐਂਟਰੀ ਦੇ ਡਰਾਅ ਦਾ ਐਲਾਨ ਹੋਇਆ ਹੈ। ਇਸ ਦੇ ਤਹਿਤ ਵੀ 5000 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ। ਕੈਨੇਡਾ ਦੇ ਵਿੱਚ ਲਗਾਤਾਰ ਕੋਵਿਡ-19 ਦੇ ਮਾਮਲੇ ਅਜੇ ਵੀ ਸਾਹਮਣੇ ਆ ਰਹੇ ਨੇ। ਚਾਹੇ ਕੈਨੇਡਾ ਵੱਲੋਂ 2 ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਪਰ ਫਿਰ ਵੀ ਅਪੀਲ ਕੀਤੀ ਜਾ ਰਹੀ ਹੈ ਜਦ ਤੱਕ ਇਹ ਟੀਕਾ ਤੁਹਾਡੇ ਤੱਕ ਨਹੀਂ ਪਹੁੰਚਦਾ ਤਦ ਤੱਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਹਿੱਸੇ ਤੋਂ ਕਿੰਨੇ ਕੋਵਿਡ-19 ਦੇ ਮਾਮਲੇ 24 ਘੰਟਿਆਂ ਦੌਰਾਨ ਦਰਜ ਕੀਤੇ ਗਏ, ਕੀ ਮੌਜੂਦਾ ਕੇਸਿਸ ਓਵਰਵਿਊ ਹੈ, ਦੱਸਾਂਗੇ ਤੁਹਾਨੂੰ ਇਸ ਖਬਰ ਦੇ ਵਿੱਚ। ਪ੍ਰੋਵਿੰਸ਼ੀਅਲ ਹੈਲਥ ਆਫੀਸ਼ੀਅਲਸ ਨੇ ਦੱਸਿਆ ਹੈ ਕਿ ਓਨਟਾਰੀਓ ਦੇ ਵਿੱਚ 24 ਘੰਟਿਆਂ ਦੌਰਾਨ ਕੋਵਿਡ-19 ਦੇ 2490 ਕੇਸ ਸਾਹਮਣੇ ਆਏ। 55660 ਦੇ ਕਰੀਬ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦੇ ਟੈਸਟ ਵੀ ਕੀਤੇ ਗਏ। अस्पताल ਦੇ ਵਿੱਚ ਮਰੀਜ਼ਾਂ ਦੀ ਗਿਣਤੀ 1000 ਹੈ, ਜਿਨ੍ਹਾਂ ਚੋਂ 275 ਇੰਟੈਂਸਿਵ ਕੇਅਰ ਅਧੀਨ ਹਨ। ਓਨਟਾਰੀਓ ਦੇ ਵਿੱਚ ਲਗਾਤਾਰ ਕੋਵਿਡ ਕੇਸ ਵਧਦੇ ਜਾ ਰਹੇ ਹਨ। ਐਕਟਿਵ ਕੇਸਿਸ ਇੱਥੇ 19424 ਨੇ। ਟੋਰਾਂਟੋ ਦੇ ਵਿੱਚ 629, ਪੀਲ ਰੀਜਨ ਦੇ ਵਿੱਚ 448, ਵਿੰਡਸਰ ਐਸੈਕਸ ਦੇ ਵਿੱਚ 234 ਕੋਵਿਡ-19 ਇਨਫੈਕਸ਼ਨ ਦੇ ਕੇਸਿਸ ਰਿਪੋਰਟ ਕੀਤੇ ਗਏ। ਦੱਸਦੀਏ ਕਿ ਇਹਨਾਂ ਕੇਸਿਸ ਨੂੰ ਦੇਖਦਿਆਂ 26 ਦਸੰਬਰ ਤੋਂ ਸਖਤੀਆਂ ਮੁੜ ਤੋਂ ਕੀਤੀਆਂ ਜਾ ਰਹੀਆਂ ਹਨ। ਉਧਰ ਕਿਊਬੈਕ ਦੇ ਵਿੱਚ 24 ਘੰਟਿਆਂ ਦੌਰਾਨ 74 ਮੌਤਾਂ ਦਰਜ ਕੀਤੀਆਂ ਗਈਆਂ। 2247 ਦੇ ਕਰੀਬ ਕੋਵਿਡ-19 ਦੇ ਕੇਸਿਸ ਰਿਪੋਰਟ ਕੀਤੇ ਗਏ। ਕਿਊਬੈਕ ਦੇ ਵਿੱਚ ਹੁਣ ਤੱਕ 1,83,523 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਦੇ ਵਿੱਚੋਂ 19,381 ਐਕਟਿਵ ਨੇ। अस्पतालों ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵਧਣਾ ਅਜੇ ਵੀ ਬਰਕਰਾਰ ਹੈ। 1067 ਲੋਕ ਇਸ ਸਮੇਂ ਕੋਵਿਡ-19 ਦੇ ਚੱਲਦਿਆਂ अस्पताल ਦੇ ਵਿੱਚ ਨੇ, ਜਿਨ੍ਹਾਂ ਵਿੱਚੋਂ 142 ਇੰਟੈਂਸਿਵ ਕੇਅਰ ਅਧੀਨ ਨੇ। ਮੈਨੀਟੋਬਾ ਤੋਂ 201 ਮਾਮਲੇ ਰਿਪੋਰਟ ਕੀਤੇ ਗਏ। 15 ਲੋਕਾਂ ਦੀ ਇਸ ਵਾਇਰਸ ਕਾਰਨ ਬੀਤੇ 24 ਘੰਟਿਆਂ ਦੌਰਾਨ ਇੱਥੇ ਜਾਨ ਵੀ ਗਈ ਹੈ। ਹੁਣ ਤੱਕ ਕੈਨੇਡਾ ਦੇ ਵਿੱਚ 5,28,000 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। 14,538 ਦੇ ਕਰੀਬ ਲੋਕਾਂ ਦੀ ਇਸ ਵਾਇਰਸ ਕਾਰਨ ਜਾਨ ਜਾ ਚੁੱਕੀ ਹੈ। 4,35,000 ਦੇ ਕਰੀਬ ਰਿਕਵਰਡ ਕੇਸਿਸ ਹਨ, ਜਾਣੀ ਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੈ। ਇੱਕ ਪਾਸੇ ਭਾਰਤ ਦੇ ਵਿੱਚ ਲਗਾਤਾਰ ਕਿਸਾਨ ਅੰਦੋਲਨ ਚੱਲ ਰਿਹਾ ਹੈ, ਜਿੱਥੇ ਕਿਸਾਨ ਦਿੱਲੀ ਧਰਨੇ ਦੇ ਉੱਪਰ ਬੈਠੇ ਹੋਏ ਨੇ। ਦੂਜੇ ਪਾਸੇ ਕੈਨੇਡਾ, ਅਮਰੀਕਾ ਤੋਂ ਵੀ ਇਸ ਨੂੰ ਪੂਰੀ ਹਮਾਇਤ ਮਿਲਦੀ ਹੋਈ ਨਜ਼ਰ ਆ ਰਹੀ ਹੈ। ਆਏ ਦਿਨ ਲਗਾਤਾਰ ਰੈਲੀਆਂ ਕੱਢੀਆਂ ਜਾ ਰਹੀਆਂ ਨੇ, ਕਾਰ ਰੈਲੀਆਂ, ਟਰੱਕ ਰੈਲੀਆਂ। ਇਸ ਦੇ ਨਾਲ ਹੀ ਅੱਜ ਕੈਨੇਡਾ ਦੇ ਵਿੱਚ ਭੁੱਖ ਹੜਤਾਲ ਕੀਤੀ ਗਈ ਹੈ। ਫਾਰਮਰ ਦਿਵਸ ਜਾਣੀ ਕਿ ਕਿਸਾਨ ਦਿਵਸ ਦੇ ਮੌਕੇ ਦੇ ਉੱਪਰ ਇਹ ਭੁੱਖ ਹੜਤਾਲ ਕੀਤੀ ਗਈ। ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਸੀ ਜੇਕਰ ਤੁਸੀਂ ਆਪਣੇ ਘਰਾਂ ਦੇ ਵਿੱਚ ਵੀ ਹੋ ਤਾਂ ਇਸ ਵਿੱਚ ਸ਼ਾਮਿਲ ਹੋ ਸਕਦੇ ਹੋ। ਇਸ ਨੂੰ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਸਮਰਥਨ ਦਿੱਤਾ ਹੈ, ਜਿੱਥੇ ਆਪਣੇ ਆਪਣੇ ਘਰਾਂ ਦੇ ਵਿੱਚ ਵੀ ਲੋਕ ਭੁੱਖ ਹੜਤਾਲ ਕਰਦੇ ਹੋਏ ਨਜ਼ਰ ਆਏ। ਸੋ ਇੱਕ ਤਰ੍ਹਾਂ ਦੀ ਸਪੋਰਟ ਕਿਸਾਨ ਅੰਦੋਲਨ ਨੂੰ ਹੀ ਇਹਨਾਂ ਵੱਲੋਂ ਦਿਖਾਉਣ ਦਾ ਇਹ ਤਰੀਕਾ ਸੀ। ਇਸ ਦੇ ਨਾਲ ਹੀ ਜੋ 26 ਦਸੰਬਰ ਨੂੰ ਮੋਡੈਸਟੋ ਦੇ ਵਿੱਚ ਵੀ ਜੋ ਇੱਕ ਰੈਲੀ ਕੱਢੀ ਜਾਏਗੀ, ਸਰੀ ਦੇ ਵਿੱਚ ਕੱਲ ਨੂੰ ਰੈਲੀ ਕੱਢੀ ਜਾਏਗੀ। ਉਸ ਤੋਂ ਬਾਅਦ ਵੱਖ-ਵੱਖ ਹੋਰ ਸ਼ਹਿਰਾਂ ਦੇ ਵਿੱਚ ਕੈਨੇਡਾ, ਅਮਰੀਕਾ ਦੇ ਜਿਹੜੇ ਉੱਥੋਂ ਰੈਲੀਆਂ ਕੱਢੀਆਂ ਜਾਣਗੀਆਂ। ਇਹੀ ਗੱਲ ਕਹੀ ਜਾ ਰਹੀ ਹੈ ਕਿ ਇਸ ਦੌਰਾਨ ਕੋਵਿਡ-19 ਦੀਆਂ ਗਾਈਡਲਾਈਨਸ ਦੀ ਪਾਲਣਾ ਕਰਦੇ ਹੋਏ ਹੀ ਆਪਣਾ ਰੋਸ ਜਤਾਇਆ ਜਾਵੇ। ਕਿਸਾਨ ਦਿਵਸ ਮੌਕੇ ਕੈਨੇਡਾ ਅਤੇ ਅਮਰੀਕਾ ਦੀ ਧਰਤੀ ਦੇ ਉੱਪਰ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਇੱਕ ਪਾਸੇ ਭਾਰਤ ਦੇ ਵਿੱਚ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ ਤੇ ਦੂਜੇ ਪਾਸੇ ਵਿਦੇਸ਼ਾਂ ਦੀ ਧਰਤੀ ਤੇ ਖੇਤੀ ਕਾਨੂੰਨਾਂ ਖਿਲਾਫ ਆਵਾਜ਼ ਬੁਲੰਦ ਹੋ ਰਹੀ ਹੈ। ਅੱਜ ਕੈਨੇਡਾ ਦੇ ਵਿੱਚ ਇਸ ਦੇ ਚੱਲਦਿਆਂ ਭੁੱਖ ਹੜਤਾਲ ਰੱਖੀ ਗਈ। ਕਿਸਾਨ ਜਥੇਬੰਦੀਆਂ ਨੇ ਅਪੀਲ ਕੀਤੀ ਸੀ ਕਿ ਜੇਕਰ ਤੁਸੀਂ ਘਰਾਂ ਦੇ ਵਿੱਚ ਵੀ ਹੋ ਤਾਂ ਭੁੱਖ ਹੜਤਾਲ ਕਰ ਸਕਦੇ ਹੋ, ਜਿੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਭੁੱਖ ਹੜਤਾਲ ਦਾ ਸਮਰਥਨ ਕੀਤਾ। 25 ਦਸੰਬਰ ਨੂੰ ਸਰੀ ਤੋਂ ਇੱਕ ਰੈਲੀ ਕੱਢੀ ਜਾਵੇਗੀ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਹੈ। ਉਹ ਵੈਂਕੂਵਰ ਅੰਬੈਸੀ ਤੱਕ ਮੁਕੰਮਲ ਹੋਵੇਗੀ। ਇਸ ਤੋਂ ਬਾਅਦ ਸ਼ਨੀਵਾਰ 26 ਦਸੰਬਰ ਨੂੰ ਕੈਲੀਫੋਰਨੀਆ ਦੇ ਸ਼ਹਿਰ ਮੋਡੈਸਟੋ ਦੇ ਵਿੱਚ ਵੀ ਕਾਰ ਟਰੱਕ ਰੈਲੀ ਦਾ ਆਯੋਜਨ ਕੀਤਾ ਗਿਆ ਹੈ ਅਤੇ ਇਸੇ ਦਿਨ ਹੀ ਸਿਆਟਲ ਤੋਂ ਕਿਸਾਨ ਏਕਤਾ ਮਾਰਚ ਨਿਕਲੇਗਾ। ਸੋ ਇਹ ਹੁੰਗਾਰਾ ਲਗਾਤਾਰ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਬੈਠੇ ਪੰਜਾਬੀਆਂ ਦਾ ਭਾਰਤ ਦੇ ਕਿਸਾਨਾਂ ਨੂੰ ਮਿਲ ਰਿਹਾ ਹੈ। ਭਾਰਤ ਦੇ ਕਿਸਾਨ ਲਗਾਤਾਰ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਜੋ ਕਿ ਭਾਰਤ ਦੀ ਸਰਕਾਰ ਵੱਲੋਂ ਲਿਆਂਦੇ ਗਏ ਹਨ।
ਉਹ ਕਹਿ ਰਹੇ ਨੇ ਕਿ ਇਸ ਦਾ ਮੁਨਾਫਾ ਕਾਰਪੋਰੇਟ ਸੈਕਟਰ ਨੂੰ ਹੋਏਗਾ ਤੇ ਉਹਨਾਂ ਨੂੰ ਇਸ ਦਾ ਨੁਕਸਾਨ ਹੋਏਗਾ। ਇਸੇ ਦੇ ਚੱਲਦਿਆਂ ਕੈਨੇਡਾ, ਅਮਰੀਕਾ ਤੇ ਵੱਖ-ਵੱਖ ਹੋਰ ਦੇਸ਼ਾਂ ਦੇ ਵਿੱਚ ਵੀ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤਾਂ ਕਿ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਸੋ ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਨੂੰ ਮਿਲੀ ਦੂਜੀ ਵੈਕਸੀਨ। ਹੈਲਥ ਕੈਨੇਡਾ ਨੇ ਦਿੱਤੀ ਕੋਵਿਡ-19 ਦੀ ਦੂਜੀ ਵੈਕਸੀਨ ਨੂੰ ਮਨਜ਼ੂਰੀ। ਕੈਨੇਡਾ 'ਚ ਵੱਡੀ ਗਿਣਤੀ 'ਚ ਲੋਕਾਂ ਵੱਲੋਂ ਭੁੱਖ ਹੜਤਾਲ। ਕਿਸਾਨਾਂ ਦੇ ਲਈ ਕੈਨੇਡਾ, ਅਮਰੀਕਾ ਦੇ ਵਿੱਚ ਰੈਲੀਆਂ। ਪ੍ਰਧਾਨ ਮੰਤਰੀ ਟਰੂਡੋ ਨੇ ਦਿੱਤੀ ਇੱਕ ਖੁਸ਼ਖਬਰੀ, ਕਿਹਾ ਨਹੀਂ ਹੁਣ ਘਬਰਾਉਣ ਦੀ ਲੋੜ। ਕੈਨੇਡਾ ਨੇ ਐਲਾਨਿਆ ਨਵਾਂ ਡਰਾਅ, 5000 ਨੂੰ ਮਿਲਿਆ ਸੱਦਾ। ਕੈਨੇਡਾ 'ਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।